ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਹੀਂ ਕਛ ਹਾਉ ਨਹੀਂ ਕਿਛ आहे ना मोरा। अवसर लज्जा राख लेह सधना जन तोरा। धर्मां दे ठांडे दरबार तुझ बिन सुरत करै को मेरी। दर्शन दीजै खोल किवार होवै सिफत खसम दी। नूर अरशहों कुरशहों झट्टियै तुध डिठै सच्चे पातशाह। मल जन्म जन्म दी कट्टियै तुध डिठै सच्चे पातशाह। मल जन्म जन्म दी कट्टियै वाहिगुरु साहिब जीओ। सोरठ महला पंजवा। सगल समगरी मोह व्यापी। कब ऊंचे कब नीचे शुद्ध ना होइए काहू जतना। ओढ़क को ना पहुँचे सगल समगरी मोह व्यापी। कब ऊंचे कब नीचे शुद्ध ना होइए काहू जतना। ओढ़क को ना पहुँचे मेरे मन साध शरण छुटकारा। बिन गुर पूरे जन्म मरण ना रही। फिर आवत बारो बारा रहाओ। ओह जो भरम भुलावा कहियत तिन मह उरझ्यो सगल संसारा। पूरन भगत पुरख स्वामी का सर्ब थोक ते न्यारा। निंदाओ नाही काहू बातै एह खसम का किया। जा कहो कृपा करी प्रभ मेरै। मिल साध संगत नाउ लिया। पार ब्रह्म परमेश्वर सतगुर सबना करत उधारा। कहो नानक गुर बिन नहीं तरियै। एह पूर्ण तत् विचारा। पार ब्रह्म परमेश्वर सतगुर सबना करत उधारा। कहो नानक गुर बिन नहीं तरियै। एह पूर्ण तत् विचारा। वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदियां गुरु पातशाह साहब जी दे अपने ही
ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਆਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਰਹਿਮਤ ਹੋਈ, ਸਾਨੂੰ ਸ਼ਬਦ ਪ੍ਰਾਪਤ ਹੋਇਆ ਜਿਸ ਨੂੰ ਸਾਡੇ ਵਡੇਰਿਆਂ ਨੇ ਸ਼੍ਰੀ ਮੁਖ ਵਾਕ ਕਿਹਾ ਤੇ ਅੱਜ ਮਹਾਰਾਜ ਨੇ ਫਿਰ ਕਿਹਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਗੁਰੂ ਆਪਣੇ ਚਰਨਾਂ ਨਾਲ ਲਾਉਂਦੇ ਨੇ ਤੇ ਜਿਨ੍ਹਾਂ ਨੂੰ ਗੁਰੂ ਆਪਣੇ ਚਰਨਾਂ ਨਾਲ ਲਾ ਲੈਂਦੇ ਨੇ ਉਹਨਾਂ ਨੂੰ ਸਹਾਇਤਾ ਕਰਨ ਵਾਲਾ ਸਦੀਵੀ ਸਾਥੀ ਕਰਤਾ ਪੁਰਖ ਪ੍ਰਾਪਤ ਹੋ ਜਾਂਦਾ ਹੈ। ਅਸੀਂ ਜਿਤਨੇ ਜੀ ਇੱਥੇ ਬਾਣੀ ਪੜ੍ਹਨ ਸੁਣਨ ਆਉਂਦੇ ਹਾਂ, ਸਾਡਾ ਇੱਕ ਹੀ ਮਕਸਦ ਹੈ, ਸਾਨੂੰ ਵੀ ਆਪਣੇ ਚਰਨਾਂ ਨਾਲ ਲਾ ਲਓ, ਲਾਓ ਆਪਣੀ ਚਰਣੀ। ਬਸ ਸਾਡਾ ਮਕਸਦ ਇਤਨਾ ਹੀ ਹੈ, ਕਿਉਂਕਿ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਵਿਚਾਰ ਕਰਦੇ ਹਾਂ, ਮਨ ਟਿਕਣ ਲੱਗ ਪੈਂਦਾ। ਤੇ ਹੁਣ ਤੱਕ ਵਡੇਰਿਆਂ ਦੀ ਸੰਗਤ ਕਰਦਿਆਂ ਇੰਨੀ ਕੁ ਸਮਝ ਆਈ ਹੈ ਕਿ ਟਿਕਿਆ ਹੋਇਆ ਮਨ ਹੀ ਗੁਰੂ ਚਰਨਾਂ ਦੇ ਨੇੜੇ ਜਾਂਦਾ ਜੇ, ਭਟਕਦਾ ਹੋਇਆ ਨਹੀਂ। ਇਸੇ ਕਰਕੇ ਜਿਤਨੇ ਵਡੇਰੇ ਬਜ਼ੁਰਗ ਹੋਏ ਨੇ, ਸਾਥੋਂ ਵਡੇਰੇ, ਸਾਰੇ ਇੱਕੋ ਗੱਲ ਕਹਿੰਦੇ ਨੇ, ਭਾਈ ਮਨ ਟਿਕਾ ਲਓ, ਮਨ ਟਿਕਾ ਲਓ। ਕਿਸ ਤਰੀਕੇ ਬਣਾ, ਕਿਸ ਤਰੀਕੇ ਨਾਲ ਟਿਕਾਓਗੇ, ਸੰਭਵਤਾ ਹੋ ਸਕਦਾ ਤਰੀਕੇ ਥੋੜ੍ਹਾ ਬਹੁਤਾ ਅਲੱਗ ਅਲੱਗ ਹੋਣ। ਹੋ ਸਕਦਾ ਵੀ ਕਿਸ ਦਾ ਪਾਠ ਕਰਕੇ ਮਨ ਟਿਕਦਾ, ਕਿਸ ਦਾ ਕੀਰਤਨ ਕਰਕੇ, ਕਿਸ ਦਾ ਕੀਰਤਨ ਸੁਣ ਕੇ, ਕਿਸੇ ਦਾ ਵਾਹਿਗੁਰੂ ਵਾਹਿਗੁਰੂ ਜਪ ਕੇ ਮਨ ਟਿਕਦਾ। ਕਿੱਥੇ ਟਿਕਦਾ ਹੈ? ਇਹ ਹਰ ਇੱਕ ਦੀ ਥੋੜ੍ਹੀ ਥੋੜ੍ਹੀ ਬਹੁਤ ਮਾਈਨਰ ਜੀ ਮਾਤਰਕ ਅਵਸਥਾ ਭੇਤ ਹੁੰਦੇ ਨੇ। ਅਸੀਂ ਆਪਣੇ ਆਪ ਨੂੰ ਜੇ ਦੇਖਾਂਗੇ ਤਾਂ ਸਾਡੇ 'ਚੋਂ ਕੁਝ ਜੀ ਨੇ ਜਿਹੜੇ ਕਹਿਣਗੇ ਜੀ ਮੈਨੂੰ ਪਾਠ ਕਰਨਾ ਬੜਾ ਚੰਗਾ ਲੱਗਦਾ ਹੈ, ਦੂਜਾ ਕਹੇਗਾ ਨਹੀਂ ਮੈਨੂੰ ਸੁਣਨਾ ਚੰਗਾ ਲੱਗਦਾ ਹੈ, ਤੀਜਾ ਕਹੇਗਾ ਨਹੀਂ ਜੀ ਮੈਨੂੰ ਕੀਰਤਨ ਸੁਣਨ 'ਚ ਬੜਾ ਆਨੰਦ ਆਉਂਦਾ, ਕੋਈ ਕਹੇਗਾ ਨਹੀਂ ਜੀ ਐਂ ਤੇ ਕਥਾ ਸੁਣ ਕੇ ਮਨ ਟਿਕਾਓ ਚਾਹੁੰਦਾ। ਇਹ ਮਾੜੇ ਮਾੜੇ ਨਿੱਕੇ ਨਿੱਕੇ ਭੇਤ ਨੇ। ਇਹ ਗੱਲ ਅਸਾਂ ਵੇਖਣਾ ਹੁੰਦਾ ਕਿ ਸਾਡਾ ਮਨ ਕਿੱਥੇ ਟਿਕਦਾ। ਉਹ ਗਿਆਨੀਆਂ ਦਾ ਅਗਲਾ ਪੱਖ ਹੈ ਕਿ ਇਹਦੇ ਵਿੱਚ ਸਾਡੀ ਅਵਸਥਾਵਾਂ ਦਾ ਭੇਤ ਤੇ ਨਿਰਣਾ ਕਰਦੇ ਰਹਿੰਦੇ ਨੇ। ਇਹ ਕੰਮ ਗੁਰੂ ਕਾ ਹੈ, ਇਹ ਸਾਡਾ ਨਹੀਂ ਹੈ ਵੀ ਸਾਡੇ ਕੀ ਅਵਸਥਾਵਾਂ ਨੇ, ਸਾਡੇ ਭੇਤ ਕੀ ਨੇ, ਕਿਹਨੂੰ ਕਿੰਨੀ ਬਰਕਤ ਦੇਣੀ, ਕਿਹਨੂੰ ਕਿੰਨੀ ਬਖਸ਼ਿਸ਼ ਮਿਲਣੀ, ਇਹ ਗੁਰੂ ਕਿਆਂ ਗੁਰੂ ਜਾਣੇ। ਐਸਾ ਅੱਜ ਤੱਕ ਨਹੀਂ ਕਦੇ ਹੋਇਆ ਵੀ ਜਿਹੜਾ ਬਹੁਤਾ ਬਾਣੀ ਪੜ੍ਹਦਾ ਤੇ ਉਹਨੂੰ ਬਹੁਤਾ ਕੁਝ ਮਿਲ ਗਿਆ, ਜਿਹੜਾ ਥੋੜ੍ਹਾ ਪੜ੍ਹਦਾ ਸੀ ਥੋੜ੍ਹਾ ਕੁਝ ਮਿਲ ਸਕ ਕਦੇ ਨਹੀਂ ਹੋਇਆ। ਬਸ ਸੱਚ ਸਾਨੂੰ ਹੀ ਪਤਾ ਲੱਗਾ ਵੱਡਿਆਂ ਦੀ ਸੰਗਤਾਂ ਤੋਂ ਜਿਸ ਨੇ ਪ੍ਰੇਮ ਕੀਤਾ ਉਸ ਨੂੰ ਮਿਲ ਗਿਆ, ਭਾਵੇਂ ਉਸਨੇ ਥੋੜ੍ਹਾ ਪੜ੍ਹਿਆ ਤੇ ਭਾਵੇਂ ਬਹੁਤਾ ਪੜ੍ਹਿਆ। ਇੱਕ ਬੜਾ ਪਿਆਰਾ ਸੂਤਰ ਹੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੇ। ਭਾਵੇਂ ਕੋਈ ਬਹੁਤ ਹਾਈਲੀ ਕੁਆਲੀਫਾਈਡ PhD ਬੈਠਾ ਇੱਥੇ ਤੇ ਭਾਵੇਂ ਕੋਈ ਮੇਰੇ ਵਰਗਾ ਸਧਾਰਨ ਬੁੱਧੀ ਬੈਠਾ ਹੈ, ਤੇ ਹੋ ਸਕਦਾ ਕੋਈ ਉਹ ਵੀ ਬੈਠਾ ਹੋਵੇ ਜਿਹੜਾ ਵਿਚਾਰਾ ਬਿਲਕੁਲ ਜਿਹਨੂੰ ਚਿੱਟਾ ਅੱਖਰ ਵੀ ਨਹੀਂ ਪੜ੍ਹਨਾ ਆਉਂਦਾ,
ਉਹ ਵੀ ਬੈਠਾ ਹੋਵੇ, ਪਰ ਅਗਰ ਉਹਦੇ ਹਿਰਦੇ 'ਚ ਆਪਣੇ ਗੁਰੂ ਦੇ ਪ੍ਰਤੀ ਭਾਵ ਅਤੇ ਪ੍ਰੇਮ ਹੈ ਤੇ ਫਿਰ ਉਹ ਬਰਕਤਾਂ ਬਹੁਤੀਆਂ ਲੈ ਜਾਏਗਾ। ਔਰ ਇਹੀ ਗੱਲ ਸਾਨੂੰ ਹੌਲੀ ਹੌਲੀ ਇੱਥੇ ਸਮਝ ਆਉਣੀ। ਇਸੇ ਕਰਕੇ ਇੱਥੇ ਸੰਗਤ ਵਿੱਚ ਕਦੇ ਵਿਤਕਰਾ ਨਹੀਂ ਹੈ। ਦੁਨੀਆ ਦੇ ਲਗਭਗ ਸਾਰੇ ਸੁਭਾਵਾਂ ਦੇ ਵਿੱਚ ਵਿਤਕਰੇ ਹੁੰਦੇ ਨੇ। ਇੱਥੇ ਆਹ ਫਲਾਣੇ ਬੈਠਣਗੇ, ਇੱਥੇ ਡਾਕਟਰ, ਇੱਥੇ ਵਕੀਲ, ਇੱਥੇ ਵਿਚਾਰਕ, ਇੱਥੇ VIP, ਇੱਥੇ VVIP, ਇੱਥੇ ਆਮ, ਇੱਥੇ ਜਨਰਲ। ਪਰ ਸੰਗਤ ਵਿੱਚ ਐਸਾ ਕਦੇ ਨਹੀਂ ਹੋਇਆ। ਬਸ ਇੱਥੇ ਇੱਕੋ ਜਿਹੀ ਦਰੀ ਚਾਦਰ ਵਿਛੀ, ਭਾਈ ਆਓ ਮੱਥਾ ਟੇਕੋ, ਜਿੱਥੇ ਥਾਂ ਮਿਲਦਾ ਜੇ ਬਹਿ ਜਾਓ, ਬਹਿ ਕੇ ਬਸ ਬਾਣੀ ਸੁਣ ਲਓ, ਬਾਣੀ ਪੜ੍ਹ ਲਓ, ਇੰਨਾ ਹੀ ਕੰਮ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ, ਇਹੀ ਕੰਮ ਸਾਡਾ ਹੈ। ਅਤੇ ਬਾਣੀ ਪੜ੍ਹਦੇ ਹਾਂ, ਬਾਣੀ ਦੇ ਸਦਕੇ ਮਹਾਰਾਜ ਫਿਰ ਸਾਨੂੰ ਗਿਆਨ ਦਿੰਦੇ ਨੇ ਕਿ ਵੀ ਆਹ ਦੇਖ, ਇਹ ਸੰਸਾਰ ਦਾ ਗਿਆਨ ਹੀ। ਸੰਸਾਰ ਦਾ ਗਿਆਨ ਪ੍ਰਾਪਤ ਕਰਕੇ ਜਦੋਂ ਕਿਸੇ ਦਾ ਧਿਆਨ ਟਿਕਦਾ ਹੈ ਤਾਂ ਸਮਝ ਲਓ ਉਹਦਾ ਸਹੀ ਰਾਹ ਬਣ ਜਾਂਦਾ। ਕਿਉਂਕਿ ਜੋ ਸ਼ਬਦ ਨੇ ਸਾਡੇ ਅਧਿਆਤਮਿਕ ਵਿਦਵਾਨ ਪੜ੍ਹਦੇ ਨੇ, ਗਿਆਨ ਅਤੇ ਧਿਆਨ, ਬਹੁਤ ਥਾਵਾਂ 'ਤੇ ਪੜ੍ਹਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਦਾ ਚਰਚਾ ਬਹੁਤ। ਗਿਆਨ ਦੁਨਿਆਵੀ ਹੁੰਦਾ ਹੈ, ਦ੍ਰਿਸ਼ਮਾਨ ਦਾ ਹੁੰਦਾ ਹੈ। ਗਿਆਨ ਸਾਡੇ ਪੱਧਰਾਂ ਤੱਕ ਕੰਮ ਕਰਦਾ ਹੈ, ਪਰ ਧਿਆਨ ਆਦਰਸ਼ ਦਾ ਵੀ ਹੋ ਸਕਦਾ ਹੈ ਅਤੇ ਧਿਆਨ ਸਾਨੂੰ ਅਧਿਆਤਮ 'ਚ ਪ੍ਰਵੇਸ਼ ਵੀ ਦਵਾ ਜਾਂਦਾ। ਇੰਝ ਕਹਿ ਲਈਏ, ਸੰਸਾਰ 'ਚ ਕਾਮਯਾਬ ਹੋਣ ਵਾਸਤੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਜਿਸ ਦੁਨੀਆ 'ਚ ਰਹਿੰਦੇ ਹਾਂ, ਜਿਸ ਸਮਾਜ ਵਿੱਚ ਰਹਿੰਦੇ ਹਾਂ, ਇੱਥੇ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਸਮਾਜ ਵਿੱਚ ਤਰੱਕੀ ਹੁੰਦੀ ਹੈ। ਪਰ ਚੇਤੇ ਰੱਖਣਾ, ਅਧਿਆਤਮ ਦੇ ਵਿੱਚ ਤਰੱਕੀ ਵਾਸਤੇ ਗਿਆਨ ਇੰਨਾ ਲਾਹੇਵੰਦ ਨਹੀਂ ਹੈ, ਇੱਥੇ ਧਿਆਨ ਬਹੁਤਾ ਜ਼ਰੂਰੀ ਹੈ। ਹੁਣ ਇੱਥੇ ਜੇ ਕਿਸ ਦਾ ਧਿਆਨ ਟਿਕਦਾ ਹੈ ਤੇ ਲਾਹਾ ਹੈ, ਨਹੀਂ ਤੇ ਹੋ ਸਕਦਾ ਬੜਾ ਗਿਆਨੀ ਹੋਵੇ ਪਰ ਧਿਆਨ ਨਹੀਂ ਟਿਕਿਆ, ਠੀਕ ਹੈ, ਤੁਰਿਆ ਫਿਰੇਗਾ। ਅੱਜ ਇਹ ਗੱਲ ਸਾਨੂੰ ਸਮਝ ਆ ਜਾਏ, ਪਹਿਲਾਂ ਗਿਆਨ ਤੇ ਫਿਰ ਉਹਦੇ ਵਿੱਚੋਂ ਕੀ ਧਿਆਨ ਪ੍ਰਾਪਤ ਹੋਏਗਾ। ਰਾਗ ਸੋਰਠ ਮਹੱਲਾ ਪੰਜਵਾਂ। ਇਹ ਪਾਵਨ ਬਚਨ ਅੰਕ 610 ਤੋਂ ਸ਼ੁਰੂ ਹੋ ਕੇ 11 ਤੇ ਸੰਪੂਰਨ ਹੁੰਦੇ ਨੇ। 610 ਤੇ 611 ਤੇ ਸ਼ਬਦ ਚੱਲ ਰਿਹਾ ਹੈ। ਸਗਲ ਸਮਗਰੀ ਮੋਹ ਵਿਆਪੀ, ਕਬ ਉੱਚੇ ਕਬ ਨੀਚੇ। ਸਮਗਰੀ ਕਹਿੰਦੇ ਨੇ ਆ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਪੈਂਦੀਆਂ ਹੁਣ ਇਕੱਠੀਆਂ। ਆਮ ਤੌਰ 'ਤੇ ਅਸੀਂ ਘਰ ਪਰਿਵਾਰ ਦਾ ਬਹੁਤ ਸਾਰਾ ਸੌਦਾ ਸਾਮਾਨ ਇਕੱਠਾ ਕਰਕੇ ਗ੍ਰਸਤੀ ਦੀ ਸਮੱਗਰੀ ਹੈ। ਹੁਣ ਸ਼ਬਦ ਚੂੰਕਿ ਧਰਮ ਖੇਤਰਾਂ 'ਚ ਬਹੁਤਾ ਵਰਤਿਆ ਜਾਂਦਾ ਹੈ। ਪੂਜਾ ਪਾਠ ਵਾਸਤੇ, ਅਖੰਡ ਪਾਠ ਵਾਸਤੇ ਬਹੁਤ ਸਾਰੇ ਨਿੱਕੇ ਸਾਮਾਨ ਜ਼ਰੂਰੀ ਚਾਹੀਦੇ ਹੁੰਦੇ ਹੋਣਗੇ। ਅਤੇ ਹੁਣ ਤਾਂ ਚਲੋ ਸਾਰਾ ਕੁਝ ਸਿਸਟਮ ਵੱਖਰਾ ਜਿਹਾ ਹੋ ਗਿਆ। ਨਹੀਂ ਤਾਂ ਪੁਰਾਣੇ ਲੋਕ ਜਾਣਦੇ ਸੀ, ਭਾਈ ਜੀ ਸਮੱਗਰੀ ਲਿਖਾ ਦਿਓ, ਉਹਨਾਂ ਫਿਰ ਲਿਖਾ ਦੇਣਾ, ਭਾਈ ਤੇਲ ਵੀ ਚਾਹੀਦਾ ਜੇ, ਘਿਓ ਵੀ ਚਾਹੀਦਾ ਜੇ, ਰੂਹ ਵੀ ਚਾਹੀਦਾ ਜੇ, ਦੀਵਾ ਵੀ ਚਾਹੀਦਾ ਜੇ। ਕਿਉਂਕਿ ਉਦੋਂ ਲਾਈਟਿੰਗਾਂ ਦਾ ਪ੍ਰਬੰਧ ਨਹੀਂ ਸੀ, ਇਹ ਕਿ ਭਾਈ ਕੋਈ ਭੁੱਲ ਨਾ ਜਾਏ। ਉਦੋਂ ਫਿਰ ਉਹਨਾਂ ਨਿੱਕਾ ਸਾਮਾਨ ਲਿਖ ਦੇਣਾ, ਉਹਦੇ ਵਿੱਚ ਹੋਰ ਵੀ ਉਹਨਾਂ ਐਲੀਮੈਂਟ ਪਾ ਦੇਣੇ, ਬਈ ਇੱਥੇ ਮਿਸ਼ਰੀ ਵੀ ਰੱਖ ਦਿਓ, ਲਾਚੀ ਵੀ ਰੱਖ ਦਿਓ। ਕਿਉਂਕਿ ਆਮ ਸਿੱਧੇ ਸਾਦੇ ਸਧਾਰਨ ਘਰਾਂ ਵਿੱਚ ਉਦੋਂ ਇਹ ਚੀਜ਼ਾਂ ਉਪਲਬਧ ਨਹੀਂ ਸੀ ਹੁੰਦੀਆਂ, ਅਤੇ ਇਸ ਕਰਕੇ ਵਿਸ਼ੇਸ਼ਤਾ 'ਤੇ ਇਹ ਚੀਜ਼ਾਂ ਮੰਗਵਾ ਲੈਣੀਆਂ। ਪੂਜਾ ਹਵਨ ਸਮੱਗਰੀਆਂ ਅੱਜ ਵੀ ਦੇਖਦੇ ਹਾਂ। ਅੱਜ ਵੀ ਖਿਮਾ ਕਰਨਾ, ਸਾਡੇ 'ਚੋਂ ਕਿਤੇ ਕੋਈ ਜੀ ਚਲਾਣਾ ਕਰ ਜਾਂਦਾ ਹੈ, ਅਤੇ ਜਦੋਂ ਅਸੀਂ ਇਹਨਾਂ ਦੁਕਾਨਾਂ 'ਤੇ ਜਾਂਦੇ ਜਿੱਥੇ ਸੰਸਕਾਰ ਦੇ ਸਮੇਂ ਦਾ ਸਮਾਨ ਵਿਕਦਾ ਹੈ, ਅਤੇ ਉੱਥੇ ਜਾ ਕੇ ਅਗਲੇ ਕੀ ਕਹਿੰਦੇ, ਆਹ ਲਓ ਜੀ, ਉੱਥੇ ਸੰਸਕਾਰ ਦੀ ਸਮੱਗਰੀ ਦੇ ਦਿਓ। ਇੱਕ ਸ਼ਬਦ ਆਪਾਂ ਵਰਤਦੇ ਹੁੰਦੇ ਹਾਂ, ਉਹ ਫਿਰ ਸਾਰਾ ਕੁਝ ਨਿੱਕੜ ਛੁੱਕੜ ਇਕੱਠਾ ਕਰਕੇ ਦੇ ਦਿੰਦੇ। ਸਮੱਗਰੀ ਤੋਂ ਮਤਲਬ ਹੁੰਦਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਪਾਈਆਂ ਹੋਣ। ਆਹ ਸਾਰਾ ਸੰਸਾਰ ਸਮੱਗਰੀ ਨਾਲ ਭਰਿਆ ਪਿਆ, ਜਿਹ 'ਚ ਖਾਣ ਪੀਣ ਦੇ, ਰਹਿਣ ਸਹਿਣ ਦੇ, ਹੰਡਾਣ ਦੇ ਸਭ ਪਦਾਰਥ ਨੇ। ਅਸੀਂ ਤੁਸੀਂ ਸਭ ਦੇ ਵਿੱਚ ਸ਼ਾਮਲ ਹਾਂ। ਇਹ 'ਚ ਜੜ ਅਤੇ ਚੇਤਨ, ਜੀਵਤ ਅਤੇ ਮ੍ਰਿਤਕ ਸਭ ਸ਼ਾਮਲ ਹੁੰਦੇ ਆ, ਜਿਹਨੂੰ ਕਹਿੰਦੇ ਸਗਲ ਸਮੱਗਰੀ। ਇੱਕ ਤਾਂ ਬੜਾ ਪਿਆਰਾ ਹੋਰ ਬਚਨ ਹੋਰ ਸੁਣ, ਜੇਤੀ ਸਮੱਗਰੀ ਦੇਖੋ ਰੇ ਨਰ, ਜੋ ਕੁਝ ਵੀ ਸਾਜੋ ਸਮਾਨ। ਇਹ ਪੁਰਾਣਾ ਪੰਜਾਬੀ ਸ਼ਬਦ ਹੈ। ਜਿਤਨਾ ਵੀ ਸਾਜੋ ਸਮਾਨ ਹੈ ਬੰਦਿਆ ਤੂੰ ਦੇਖ ਰਿਹਾ ਨਾ, ਤੇਤੀ ਹੀ ਛੱਡ ਜਾ ਨਹੀਂ। ਇਹ ਸਭ ਛੱਡ ਚਲੇ ਜਾਣ ਵਾਲਾ ਹੈ। ਸਗਲ ਸਮੱਗਰੀ ਮੋਹ ਵਿਆਪੀ, ਔਰ ਸਾਰੀ ਸਮੱਗਰੀ, ਸਾਰਾ ਸਾਜੋ ਸਮਾਨ ਜੋ ਜੜ ਕਰਕੇ, ਚੇਤਨ ਕਰਕੇ ਸਾਨੂੰ ਦਿਸਦਾ ਹੈ, ਵਰਤਿਆ ਜਾਂਦਾ ਹੈ,
ਇਹ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜਿਆ। ਅਸੀਂ ਇਹਦੇ ਨਾਲ ਜੁੜੇ ਹੋਏ ਹਾਂ, ਸਮੱਗਰੀ ਦੇ ਨਾਲ ਅਸੀਂ ਜੁੜੇ ਹਾਂ। ਦਰਅਸਲ ਬੇਸਿਕਲੀ ਅਸੀਂ ਹੀ ਸਮੱਗਰੀ ਦੇ ਨਾਲ ਜੁੜੇ ਹੋਏ ਹਾਂ। ਕਿਉਂ ਜੁੜੇ ਹਾਂ? ਮੋਹ ਕਰਕੇ। ਮੋਹ ਦਾ ਮਤਲਬ ਕੀ ਹੈ? ਇਹਦੇ ਵਿੱਚੋਂ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ, ਕੋਈ ਮੇਰੀ ਕਾਮਨਾ ਪੂਰੀ ਹੁੰਦੀ ਹੈ। ਜਿਸ ਵੀ ਵਸਤੂ ਤੋਂ, ਸਰੀਰ ਤੋਂ, ਮਨੁੱਖ ਤੋਂ, ਭੈਣ ਭਰਾਵਾਂ ਤੋਂ, ਸੰਸਾਰ ਦੇ ਕਿਸੇ ਵੀ ਪਦਾਰਥ ਤੋਂ ਮੇਰੀ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਹੁੰਦੀ, ਸਹਾਇਤਾ ਹੁੰਦੀ ਹੈ, ਮੈਨੂੰ ਲਾਭ ਪਹੁੰਚਦਾ ਹੈ, ਉਹਦੇ ਨਾਲ ਮੇਰੇ ਮਨ ਦੀ ਤਰੰਗ ਜੁੜਦੀ ਹੈ। ਮਨ ਦੀ ਉਸ ਤਰੰਗ ਨੂੰ ਮੋਹ ਕਹਿੰਦੇ ਨੇ। ਜਿੱਥੇ ਕਿਤੇ ਨਾ ਕਿਤੇ ਪ੍ਰਕਾਰ ਦ੍ਰਿਸ਼ ਜਾਂ ਅਦ੍ਰਿਸ਼ ਲਾਭ ਖੜਾ ਹੋਵੇ। ਆ ਰੁੱਖਾਂ ਤੋਂ ਸਾਨੂੰ ਛਾਂ ਮਿਲਦੀ ਹੈ, ਅਸੀਂ ਰੁੱਖ ਨਾਲ ਮੋਹ ਕਰਨ ਲੱਗ ਪੈਂਦੇ ਹਾਂ। ਸੁੱਕੇ ਹੋਏ ਰੁੱਖ ਨਾਲ ਅਸੀਂ ਕਿਉਂ ਨਹੀਂ ਮੋਹ ਕਰਦੇ? ਕਿਉਂਕਿ ਛਾਂ ਨਹੀਂ ਮਿਲਦੀ। ਮਕਾਨਾਂ ਦੇ ਨਾਲ ਮੋਹ ਕਰ ਲੈਂਦੇ ਕਿਉਂਕਿ ਮਕਾਨਾਂ ਤੋਂ ਸਾਨੂੰ ਸੁੱਖ ਮਿਲਦਾ। ਜਿਸ ਮਕਾਨ 'ਚ ਅਸੀਂ ਕੁਝ ਸਾਲ ਰਹਿ ਲਈਏ, ਭਾਵੇਂ ਉਹ ਕਿਰਾਏ ਦਾ ਹੀ ਕਿਉਂ ਨਾ ਹੋਵੇ, ਛੱਡਣ ਲੱਗਿਆ ਮਨ ਭਰਦਾ ਏ। ਪਤਾ ਕਿਉਂ? ਅਸੀਂ ਕਹਿੰਦੇ ਮੋਹ ਪੈ ਗਿਆ, ਕਿਉਂਕਿ ਉਹਦੇ ਵਿੱਚ ਰਹਿ ਕੇ ਅਸਾਂ ਕੁਝ ਸੁੱਖ ਮਾਣੇ। ਸਾਡੀਆਂ ਬਹੁਤ ਸਾਰੀਆਂ ਯਾਦਾਂ ਉਹਦੇ 'ਚ ਜੁੜ ਜਾਂਦੀਆਂ ਨੇ ਅਤੇ ਮੋਹ ਜੁੜ ਜਾਂਦਾ। ਇਸ ਤਰ੍ਹਾਂ ਜੜ ਅਤੇ ਚੇਤਨ ਦੇ ਨਾਲ ਮੋਹ ਦੀ ਤੰਦ ਕੰਮ ਕਰਦੀ ਰਹਿੰਦੀ। ਜ਼ਰੂਰੀ ਨਹੀਂ ਕਿ ਧੀਆਂ ਪੁੱਤਰਾਂ ਨਾਲ ਮੋਹ ਹੁੰਦਾ ਹੈ, ਮਕਾਨਾਂ ਨਾਲ ਵੀ ਮੋਹ ਹੁੰਦਾ, ਜ਼ਮੀਨਾਂ ਨਾਲ ਮੋਹ ਹੁੰਦਾ ਹੈ, ਹਰ ਚੀਜ਼ ਨਾਲ ਮੋਹ ਹੋ ਸਕਦਾ ਹੈ। ਜੇਤੀ ਸਮੱਗਰੀ ਦੇਖੋ, ਅੱਜ ਕੱਲ੍ਹ ਸਗਲ ਸਮੱਗਰੀ, ਸਾਰੀ ਸਮੱਗਰੀ, ਸਾਰਾ ਸਾਜੋ ਸਮਾਨ ਮੋਹ ਵਿਆਪੀ, ਮੋਹ ਦੇ ਸਦਕੇ ਸਾਡੇ 'ਤੇ ਪ੍ਰਭਾਵੀ ਹੈ। ਜਿਤਨਾ ਵੀ ਸਾਮਾਨ ਹੈ, ਹੁਣ ਇਸ ਦੇ ਮੋਹ ਨਾ ਹੁੰਦਾ ਕੀ ਹੈ? ਕਬ ਉੱਚੇ ਕਬ ਨੀਚੇ। ਇਹ ਮੋਹ ਦਾ ਹੀ ਦੁਸ਼ਪ੍ਰਭਾਵ ਹੈ ਵੀ ਕਦੇ ਅਸੀਂ ਬਹੁਤ ਉੱਚੇ ਉੱਠ ਜਾਣੇ, ਸਾਡੀ ਅਵਸਥਾ ਬੜੀ ਚੜ੍ਹਦੀ ਕਲਾ, ਬੜੇ ਖਿੜੇ ਹੁੰਦੇ ਹਾਂ। ਜਦੋਂ ਮੋਹ ਦੀਆਂ ਆਪੂਰਤੀਆਂ ਹੋ ਰਹੀਆਂ ਹੁੰਦੀਆਂ, ਬੜੇ ਖੁਸ਼ ਹੁੰਦੇ ਹਾਂ। ਉੱਥੋਂ ਹੀ ਜੇ ਸਾਨੂੰ ਜਵਾਬ ਮਿਲ ਜਾਏ ਤੇ ਮਨ ਬੜਾ ਨੀਵੀਂ ਢੈਂਜੀ ਕਲਾ 'ਚ ਮੂੰਹ ਲਟਕ ਜਾਂਦਾ, ਉਦਾਸ ਹੋ ਜਾਂਦੇ ਹਾਂ। ਕਿਸੇ ਵਸਤੂ ਤੋਂ, ਭੈਣ ਭਰਾਵਾਂ ਤੋਂ, ਸਾਜੋ ਸਮਾਨ ਤੋਂ ਸਾਡੇ ਮਨ ਇੱਛਿਤ ਪਾਉਂਦੀ ਵਸਤੂ ਦੀ ਆਪੂਰਤੀ ਹੋ ਰਹੀ ਹੈ, ਅਸੀਂ ਉਹਦੇ ਨਾਲ ਬਹੁਤ ਖੁਸ਼ ਹਾਂ, ਬੜੇ ਆਨੰਦ ਵਿੱਚ ਹਾਂ, ਉੱਚੇ ਹਾਂ। ਸਾਡੀ ਬਿਰਤੀ ਬੜੀ ਉੱਚੀ ਹੁੰਦੀ, ਅਸੀਂ ਬਹੁਤ ਉੱਚੇ ਉੱਠ ਜਾਂਦੇ ਹਾਂ। ਅਤੇ ਥੋੜ੍ਹੇ ਸਮੇਂ ਬਾਅਦ ਉਹ ਜਵਾਬ ਦੇ ਦੇਵੇ, ਨਾ ਭਾਈ ਮੈਂ ਤੇਰਾ ਕੰਮ ਨਹੀਂ ਕਰ ਸਕਦਾ, ਮੈਥੋਂ ਇਹ ਨਹੀਂ ਸਰਦਾ, ਅਤੇ ਅਸੀਂ ਟੁੱਟ ਕੇ ਢਹਿ ਕੇ ਡਿੱਗ ਪਏ ਨੇ ਕਿ ਅੱਜ ਬੜੀ ਢਹਿੰਦੀ ਕਲਾ 'ਚ, ਕਿਉਂਕਿ ਜਵਾਬ ਮਿਲ ਗਿਆ। ਜਿੱਥੋਂ ਸਾਨੂੰ ਕੁਝ ਪ੍ਰਾਪਤੀਆਂ ਹੁੰਦੀਆਂ ਨੇ, ਅਸੀਂ ਉੱਚੇ ਉੱਠੇ ਹੋਏ ਨੇ, ਸਾਡੀ ਸੁਰਤ ਬਿਰਤੀ ਉੱਚੀ ਹੋ ਜਾਂਦੀ ਹੈ। ਅਤੇ ਜਦੋਂ ਸਾਡੇ ਮੋਹ ਦੀ ਆਪੂਰਤੀ ਨਹੀਂ ਹੁੰਦੀ, ਉਦੋਂ ਸਾਡੀ ਮਨ ਬਿਰਤੀ ਨੀਵੀਂ ਡਿੱਗ ਪੈਂਦੀ ਹੈ। ਸਾਡੀ ਮਨੁੱਖਾਂ ਦੀ ਹਾਲਾਤ ਇੱਦਾਂ ਦੀ ਹੈ, ਸਗਲ ਸਮੱਗਰੀ ਮੋਹ ਵਿਆਪੀ, ਕਬ ਉੱਚੇ ਕਬ ਨੀਚੇ। ਫਿਰ ਇਸਨੂੰ ਇਹਦੇ ਵਿੱਚ ਵਰਤਣ ਵਾਲੇ, ਚੂँਕਿ ਆਪਣਾ ਮਕਸਦ ਕੁਝ ਹੋਰ ਹੈ ਨਾ, ਸਾਡਾ ਮਕਸਦ ਹੈ ਗੋਬਿੰਦ ਮਿਲਣ ਕੇ ਹੀ ਤੇਰੀ ਬਰੀਆ, ਸਾਡਾ ਮਕਸਦ ਹੈ ਕਿਵ ਸਚਿਆਰਾ ਹੋਈ ਹੈ। ਅਤੇ ਮਹਾਰਾਜ ਕਹਿਣ ਲੱਗੇ ਸੰਸਾਰ ਦੀ ਸਮੱਗਰੀ ਜੋ ਦ੍ਰਿਸ਼ਮਾਨ ਹੈ, ਜਾਂ ਕਿਤੇ ਕਿਤੇ ਕੁਛ ਚੀਜ਼ਾਂ ਆਦਰਸ਼ ਵੀ ਹੁੰਦੀਆਂ ਨੇ, ਇਹਨਾਂ ਨਾਲ ਜੁੜ ਕੇ ਚੇਤਾ ਰੱਖਣਾ ਸ਼ੁੱਧਤਾ ਨਹੀਂ ਜੇ ਪ੍ਰਾਪਤ ਹੋਣੀ। ਸਗੋਂ ਐਸਾ ਮੰਨਿਆ ਜਾਂਦਾ ਹੈ, ਕਿਸੇ ਵੀ ਪਦਾਰਥ ਨਾਲ ਜੁੜਾਂਗੇ ਅਤੇ ਪਦਾਰਥ ਨਾਲ ਜੁੜਨ ਤੋਂ ਬਾਅਦ ਵਿੱਚ ਜਦੋਂ ਵਿਛੜਾਂਗੇ, ਪਦਾਰਥ ਦਾ ਜੋ ਕਾਰਬਨ ਹੈ, ਪਦਾਰਥ ਦੀ ਮੈਲ ਹੈ, ਉਹ ਜ਼ਰੂਰ ਪ੍ਰਾਪਤ ਹੋਵੇਗੀ, ਉਹਦੀ ਮੈਲ ਜ਼ਰੂਰ ਨਿਕਲੇਗੀ। ਆਹ ਸੰਸਾਰ ਵਿੱਚ ਅਸੀਂ ਵੇਖਿਆ ਹੋਣਾ, ਅਸੀਂ ਕੁਛ ਵੀ ਕਰਮ ਹੱਥੀਂ ਨਾ ਕਰੀਏ। ਅੱਜ ਜਿਵੇਂ ਹੁਣ ਆਪਾਂ ਸਵੇਰੇ ਬੈਠੇ ਹਾਂ, ਆ ਦਿਨ ਚੜ੍ਹਿਆ, ਸਾਫ ਸਫਾਈ ਕਰਕੇ ਚਿੱਟੀ ਚਾਦਰ ਵਿਛਾ ਦਿੱਤੀ ਗਈ, ਸ਼ਾਮ ਤੱਕ ਇੱਥੇ ਕੋਈ ਬੰਦਾ ਵੀ ਨਾ ਆਵੇ ਅਤੇ ਸ਼ਾਮ ਨੂੰ ਚਾਦਰ ਝਾੜਾਂਗੇ, ਡਸਟ ਨਿਕਲ ਆਉਣੀ ਫਿਰ ਵੀ। ਕਿੱਥੋਂ ਆ ਗਈ? ਕਿਉਂਕਿ ਹਵਾ 'ਚ ਹੈ, ਨੈਚੁਰਲ ਇਹ ਚੀਜ਼ਾਂ ਹੈਗੀਆਂ ਨੇ। ਜਦੋਂ ਵੀ ਕਿਤੇ ਇੱਕ ਦ੍ਰਿਸ਼ ਅਦ੍ਰਿਸ਼ ਪਦਾਰਥ ਵਰਤਿਆ ਜਾਏਗਾ, ਹੋਏਗਾ, ਉੱਥੇ ਸੁਭਾਵਕ ਹੀ ਡਸਟ ਹੈ, ਉਹਦੀ ਮੈਲ ਹੈ, ਸ਼ੁੱਧਤਾ ਖਤਮ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਪਦਾਰਥ ਨਾਲ ਜੁੜ ਕੇ ਤੇ ਕਦੇ ਤੂੰ ਸ਼ੁੱਧ ਹੋ ਨਹੀਂ ਸਕਦਾ। ਸ਼ੁੱਧ ਨਾ ਹੋਈਐ ਕਾਹੂ ਜਤਨਾ। ਅਸੀਂ ਸੋਚਦੇ ਹਾਂ ਕਿ ਪਦਾਰਥਾਂ ਨਾਲ ਜੁੜ ਕੇ ਅਸੀਂ ਸ਼ੁੱਧ ਹੋ ਜਾਵਾਂਗੇ, ਐਸਾ ਹਰਗਿਜ਼ ਨਹੀਂ ਜੇ। ਸਾਡੇ 'ਚ ਬਹੁਤ ਵੱਡਾ ਮਾਨਸਿਕ ਭਰਮ ਹੈ ਕਿ ਅਸੀਂ ਪਾਣੀ ਨਾਲ ਹੱਥ ਧੋ ਕੇ ਸੁਚੀ ਹੋ ਜਾਂਦੇ ਹਾਂ। ਇਹ ਸਾਡਾ ਮਾਨਸਿਕ ਭਰਮ ਹੈ। ਅਸੀਂ ਪਾਣੀ ਨਾਲ ਹੱਥ ਗਿੱਲੇ ਕਰਦੇ ਹਾਂ, ਸਾਫ਼ ਕਰਦੇ ਹੋਵਾਂਗੇ, ਮੈਲ ਉਤਾਰਦੇ। ਲੇਕਿਨ ਜੇ ਕਿਸੇ ਵਿਗਿਆਨੀ ਤੋਂ ਪੁੱਛੀ ਫਿਰ ਕੀ ਹੁੰਦਾ ਹੈ,
ਕਹੇਗਾ ਜਿਹੜਾ ਪਾਣੀ ਨਾਲ ਹੱਥ ਧੋ ਰਿਹਾ 'ਚ ਪਤਾ ਨਹੀਂ ਕੀ ਕੁਝ ਮਿਲਿਆ ਹੋਇਆ ਸੀ। ਇਸ ਕਰਕੇ ਸਾਡੇ ਬਹੁਤ ਸਾਰੇ ਮਾਨਸਿਕ ਭਰਮ ਹੁੰਦੇ ਨੇ। ਅਸੀਂ ਤੁਸੀਂ ਪਾਣੀ ਨਾਲ ਹੱਥ ਸੁੱਚੇ ਕਰਦੇ ਹਾਂ, ਆਪ ਨੂੰ ਪਤਾ ਹੈ ਅਰਬ ਮੁਲਕਾਂ 'ਚ ਪਾਣੀ ਨਹੀਂ ਮਿਲਦਾ, ਮਿੱਟੀ ਦੀ ਚੁਟਕੀ ਨਾਲ ਹੱਥ ਸੁੱਚੇ ਕਰ ਲੈਂਦੇ ਨੇ, ਉਜ਼ੂ ਕਹਿੰਦੇ ਨੇ। ਪਾਣੀ ਨਹੀਂ ਮਿਲਿਆ ਕੋਈ ਗੱਲ ਨਹੀਂ, ਮਿੱਟੀ ਦੀ ਚੁਟਕੀ ਲਈ ਹੱਥ ਸਾਫ਼ ਕਰ ਲਏ, ਆਖੇ ਜੀ ਸੁੱਚੇ ਹੋ ਗਏ, ਕਿਉਂਕਿ ਮਿੱਟੀ ਤੇ ਪਾਣੀ ਸੁੱਚੇ ਹੁੰਦੇ ਆ। ਪਰ ਕੀ ਸ਼ੁੱਧ ਹੋ ਗਏ ਨੇ? ਅੱਜ ਕਿਸੇ ਡਾਕਟਰ ਨੂੰ ਪੁੱਛਿਆ ਜੋ ਚੁਟਕੀ ਮਿੱਟੀ ਦੀ ਲੈ ਕੇ ਹੱਥਾਂ 'ਤੇ ਮਾਰ ਲਈ, ਕਿ ਸ਼ੁੱਧ ਹੋ ਗਿਆ? ਕਹੇਗਾ ਪਤਾ तमाम बीमारियां गड़ पा ली हैं। तो नहीं, गुरु पातशाह ने बहुत बारीकियां वरतियां ने। एवं नहीं, गुरु के बचन सत 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 ने, और सर्व देश कालों दे विच सत ने, विज्ञान की परखां ते सत ने। इन्हां पदार्थ दीयां चीज़ां दे नाल तेरी चेतना कदे भी शुद्ध नहीं हो सकती। शुद्ध ना होइए काहू जतना। पदार्थां दे नाल जुड़िया होया कोई व्यक्ति कदे भी शुद्ध नहीं हो सकता। क्योंकि चलो साडे दूजी गल, ओढ़क को ना पहुँचे, ते ओढ़क कौन पहुँचता है? शुद्ध। अध्यात्मिक दृष्टि के मुताबिक ओढ़क कहते मंजिल, बिल्कुल सिरे ते। जीवन पंथ के सिरे ते कौन पहुँचता है? सच्चा सुच्चा मनुख। जीवन पंथ के सिरे ते पहुँचता सचियार मनुख। जीवन पंथ के सिरे ते पहुँचता निर्मल रूह। तो पदार्थां नाल जुड़िया होया तो कोई कदे निर्मल हो ही नहीं सकता। एक बड़ा प्यारा बचन कदे कदे पाठ करते, सहज पाठ करते आपने पढ़िया होएगा। आज जितने संसार के देवी देवते पदार्थ करके वरते जाते हैं, पौन पानी करके, चंद सूरज करके, जिहदी असीं पूजा करते लोग, बड़ा प्यारा बचन है कि सारियां चों मैल निकलदी जी। पाठ करते हैं अपने, रब मैला मैला है चंद, ये सूरज चों भी मैल निकल रही है। विज्ञान भी कहता कार्बन निकलता है, चंद चों भी मैल होएगी, ये च मैला होएगा। मैली धरती है, मैला मलता है संसार है, सारा संसार मैल ना भरिया। पूछिए फिर बाबा निर्मल भी है कोई? कहने लगे हाँ एक है, एक हर निर्मल, एक परमात्मा निर्मल जे, एक परमात्मा सच जे, एक परमात्मा ही सुच जे। इस तो उरे कोई सच ते सुच नहीं जे। इसका मतलब उत्थे पहुँचने वास्ते सानू सच्चे ते सुचे होना है। तो जे सच्चे ते सुचे होना है तो फिर भाई रब ने जुड़ना पैना है। तो रब नाल जुड़न की तकनीक कोई है, शब्द नाल जुड़ जाओ, ध्यान कर लो, क्योंकि रब कोई पदार्थ नहीं है, रब कोई व्यक्ति नहीं है, रब शक्ति है। तो व्यक्ति नाल जुड़न वास्ते तो पदार्थ होणगे, पर शक्ति नाल जुड़न वास्ते तो शक्ति दे धारण ही होना पैंदा है। इस करके पदार्थां नाल जुड़िया होया कोई व्यक्ति कदे शुद्ध नहीं होएगा, कदे सच्चा ते सुच्चा नहीं होएगा। तो सच्चा ते सुच्चा नहीं होएगा, वो ओढ़क कित्थों पहुँचेगा? वो मंजिल ते कित्थों पहुँचेगा? मंजिल ते फिर वही पहुँचेगा सच्चा ते सुच्चा होएगा। कहण लगे शुद्ध ना होइए काहू जतना, ओढ़क को ना पहुँचे। भाई ये पदार्थां ने कदे भी तेरा सदी भी साथ नहीं देना। आज सुखनी सब्जी का पाठ अजकल संगतां रल के कर रही ने, सवेरे दोपहरे शाम जदों भी किते थां मिलदा, समा मिलदा, साडे प्रबंध आम जियां दे बनदे ने, बैठ के जी सारे सुखनी सब का पाठ अपने अपने तरीके नाल कर रहे हैं। कुछ दूजी अष्टपदी नूं किते गौर ना पढ़ के देख लेना, जय मात पिता सुतमीत न पाई। जिथे तक भैन भरावां दी पहुँच है विचारे जाणगे, पर इन्हां दी सीमावां ने ना, इन्हां दियां हदबंदियां ने। असीं कई बार दर्शन मनते कि बहुत चंगे ने ये भैन भरा धीआं पुत्र, बहुत नेक वक्त ने, बड़े चंगे ने, बड़े ईमानदार ने, पर फिर भी साडा कित्थों तक साथ देणगे? पता लगा जी वध तो वध विचारे शमशान घाट तक, उतों पिछे रोंदे पिटदे मुड़ आउणगे। शमशान घाट तो अगे कौन जाएगा जी? कहण लगे आ गया हंस अकेला, अगे तेन कलिया जाना पेगा। उदों कहांगे ज्ञान ध्यान नहीं पाई, उदों ज्ञान भी नाल नहीं जी जाता। उदों सिर्फ नाल थोड़ी दूर तक जाते ने कर्म, जिहड़े कर्मां दी पूजा पाठ जिन्होंने पा कहने आ, इन्हां दी भी अगे वंड जे, इन्हां दी भी अगे पकड़ां जे समझिया होया आपने कदे। हर बिन, एक बड़ा प्यारा बच्चा ना गुरबाणी च, हर बिन आवर क्रिया बिरथे,
ਜਪ ਤਪ ਸੰਜਮ ਕਰਮ ਕਮਾਣੇ। ਇਹ ਜੋ ਆਪਾਂ ਧਰਮ ਦੇ ਨਾਂ 'ਤੇ ਕਰਮ ਕਰਦੇ ਹਾਂ, ਰੱਬ ਦੇ ਨਾਂ 'ਤੇ ਕਰਮ ਕਰਦੇ ਹਾਂ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੇ ਮੂਸੇ, ਇਹ ਉਸ ਮੁਕਾਮ ਤੋਂ ਉਰਾਂ ਉਰਾਂ ਇਹ ਵੀ ਲੁੱਟ ਲੈ ਗਏ ਜਿਹਨੂੰ ਕਹਿੰਦੇ ਜਮ ਜਾਗਾਤੀ ਲੁੱਟ ਲੈਂਦਾ ਹੈ। ਕਰਮ ਜਮ ਲਾ ਕੋ ਜੁੱਟ ਲੈਂਦਾ ਹੈ। ਪਦਾਰਥ ਦਾ ਜੋ ਪ੍ਰਭਾਵ ਨੇ ਉਹ ਜਮ ਨੇ ਲੁੱਟ ਲੈਣੇ ਨੇ। ਕੱਲ੍ਹ ਬੜਾ ਪਿਆਰਾ ਜਿਹਾ ਬਚਨ ਸੁਖਮਨੀ ਸਾਹਿਬ ਆਪ ਪੜ੍ਹ ਰਹੇ ਸੀ, ਜੋ ਜਮ ਹੈ ਉਹ ਕਿਹੜੀ ਚੀਜ਼ ਮੰਨਦਾ ਹੈ? ਕਹਿਣ ਲੱਗੇ ਪਰਮੇਸ਼ਰ ਦੇ ਭਜਨ ਤੋਂ ਬਿਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਜਮ ਕਦੇ ਨਹੀਂ ਮੰਨਦਾ ਕਿ ਤੂੰ ਬੜਾ ਵੱਡਾ ਗਿਆਨੀ ਸੀ ਜੀ, ਮੈਂ ਸਾਰੇ ਵੇਦ ਸ਼ਾਸਤਰ ਪੜ੍ਹ ਲਏ, ਮੈਂ ਬੜੇ ਪਾਠ ਕਰਦਾ ਸੀ ਜੀ। ਪੜ੍ਹਨਾ ਨਾ, ਇਹ ਦੱਸ ਕੀ ਤੇਰੇ ਪੱਲੇ ਸੱਚ ਹੈ? ਕਿ ਤੇਰਾ ਆਚਾਰ ਵਿਹਾਰ ਕਿਰਦਾਰ ਸੱਚਾ ਹੈ? ਕਿ ਯਕੀਨਨ ਤੂੰ ਸੱਚਾ ਹੈ? ਜੇ ਸੱਚਾ ਹੈ ਤਾਂ ਸੁਣਾ, ਕਿਉਂਕਿ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਣਾ ਹੈ। ਉੱਥੇ ਸਾਡੀਆਂ ਗੁੱਤੀਆਂ ਜੁਗਤਾਂ ਦਲੀਲਾਂ, ਮੈਂ ਗਿਆਨੀ ਤੇ ਨਹੀਂ ਗਿਆਨੀ, ਇਹ ਉੱਥੇ ਨਹੀਂ ਚੱਲਦਾ। ਉੱਥੇ ਕੇਵਲ ਚੱਲਦਾ ਸੱਚਾ, ਪੱਲੇ ਸੱਚ ਹੈ ਹੀ। ਪੁਰਾਣੇ ਬਜ਼ੁਰਗਾਂ ਦੀ ਸਾਖੀ ਸੁਣਦੇ ਸਾਂ ਤਾਂ ਕਹਿੰਦੇ ਪੱਲੇ ਸੱਚ ਹੈ ਹੀ। ਜਿਵੇਂ ਬਾਜ਼ਾਰ 'ਚ ਕੋਈ ਪੁੱਛਦਾ ਪਈ ਪੱਲੇ ਪੈਸਾ ਦਮੜੀ ਹੈ, ਜੇ ਤੇਰੇ ਪੱਲੇ ਦਮੜੀ ਹੈ ਤੇ ਕੋਈ ਸਾਮਾਨ ਬਾਜ਼ਾਰ 'ਚ ਮਿਲ ਜਾਏਗਾ, ਤੇ ਜੇ ਬਾਜ਼ਾਰ 'ਚ ਦਮੜੀ ਨਹੀਂ ਹੈ ਤੇਰੇ ਪੱਲੇ ਤੇ ਕੁਝ ਨਹੀਂ ਮਿਲੇਗਾ। ਜੇ ਪੈਸਾ ਨਹੀਂ ਤੇ ਬਾਜ਼ਾਰ 'ਚੋਂ ਕੁਛ ਨਹੀਂ ਮਿਲਣਾ। ਕਿਰਪਾ ਤਦ ਮਿਲਣੀ ਜੇ ਤੇਰਾ ਹਿਰਦਾ ਨਿਰਮਲ ਹੈ। ਜੇ ਤੇਰੇ ਹਿਰਦੇ 'ਚ ਮੈਲ ਛਲ ਕਪਟ ਹੈ ਤੇ ਕਿਰਪਾ ਨਹੀਂ ਮਿਲਣੀ। ਬਾਕੀ ਠੀਕ ਹੈ, 100 ਰੁਪਏ ਜਿੰਨੇ ਮਰਜ਼ੀ ਲੈ ਜਾ, ਵਡਿਆਈਆਂ ਦੁਨੀਆ ਕੀ ਜਿੰਨੀ ਮਰਜ਼ੀ ਲੈ ਜਾ, ਪਰ ਚੇਤਾ ਰੱਖਣਾ ਦੁਨੀਆ ਕੀ ਵਡਿਆਈਆਂ ਕਵਨੇ ਆਵੇਂ ਕਾਮ, ਇਹ ਕਿਹੜੇ ਕੰਮ ਆਉਣੀਆਂ ਤੇਰੇ? ਜਦੋਂ ਜਮ ਕੱਢ ਲਏਗਾ ਸਾਹਾ ਹੈ, ਉਦੋਂ ਕੀ ਦੁਨੀਆ ਕੀ ਵਡਿਆਈਆਂ ਤੇਰੇ ਕੰਮ ਆਉਣਗੀਆਂ? ਤੂੰ ਕਹੇਗਾ ਮੈਂ ਬਹੁਤ ਕੁਝ ਵੱਡਾ ਸੀ, ਉਦੋਂ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਸ਼ੁੱਧ ਨਹੀਂ ਹੋ ਸਕਦਾ। ਇਸ ਕਰਕੇ ਕੀ ਕਰੀਏ? ਮਹਾਰਾਜ ਕਹਿੰਦੇ ਇੱਕ ਜੁਗਤ ਤੈਅ ਕਰ ਲਓ, ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਉਹ ਭਾਈ ਜੇ ਛੁੱਟਣਾ ਹੀ ਨਾ ਸੰਸਾਰ ਦੇ ਬੰਧਨਾਂ ਤੋਂ, ਤੇ ਖਾਸ ਕਰਕੇ ਮੋਹ ਦੇ ਬੰਧਨਾਂ ਤੋਂ, ਜੋ ਸਾਡਾ ਪਦਾਰਥਾਂ ਦੇ ਨਾਲ ਮੋਹ ਪੈ ਗਿਆ ਹੈ, ਇਸ ਪਦਾਰਥਾਂ ਦੇ ਮੋਹ ਚੱਕਰ ਤੋਂ ਛੁੱਟਣਾ ਹੀ ਤੇ ਇੱਕੋ ਇੱਕ ਟਿਕਾਣਾ ਹੀ ਸਾਧ ਸੰਗਤ। ਇਹ ਮੋਹ ਦੇ ਬੰਧਨ ਇਤਨੇ ਮਜ਼ਬੂਤ ਮੰਨੇ ਗਏ ਨੇ। ਗਿਆਨੀਆਂ ਦੇ ਮੰਡਲ ਵਿੱਚ ਮਹਾਤਮਾ ਬੁੱਧ ਦਾ ਮੰਡਲ ਸਭ ਤੋਂ ਸ਼੍ਰੇਸ਼ਟ ਮੰਨਿਆ ਜਾਂਦਾ। ਦੁਨੀਆ 'ਚ ਗਿਆਨੀ ਲੋਕ ਸਭ ਤੋਂ ਵੱਧ ਮਹਾਤਮਾ ਬੁੱਧ ਨੂੰ ਪੜ੍ਹਦੇ, ਸੁਣਦੇ, ਵਿਚਾਰਦੇ ਨੇ, ਕਿਉਂਕਿ ਉਹ ਰੱਬ ਦੀ ਗੱਲ ਉਹਨੀ ਨਹੀਂ ਕਰਦੇ, ਉਹ ਗਿਆਨ ਦੀ ਗੱਲ ਬਹੁਤੀ ਕਰਦੇ ਨੇ। ਉਹਨਾਂ ਨੇ ਇੱਕ ਬੜਾ ਸੂਤਰ ਦਿੱਤਾ ਆਪਣੇ ਭਿਕਸ਼ੂਆਂ ਨੂੰ, ਜਿਹਨਾਂ ਨੂੰ ਭਿਕਸ਼ੂ ਬਣਾਉਂਦੇ ਨੇ, ਭਾਈ ਤੁਸੀਂ ਇੱਕ ਰੁੱਖ ਥੱਲੇ ਵੀ 2 ਰਾਤਾਂ ਤੋਂ ਵੱਧ ਤੀਜੀ ਰਾਤ ਨਾ ਗੁਜ਼ਾਰਿਓ। ਇੱਕ ਘਰ ਮੰਗਣ ਗਏ ਹੋ, ਭਿੱਖਿਆ ਮੰਗਣ ਗਏ ਹੋ, ਤੀਜੇ ਦਿਨ ਇਸ ਘਰ ਵੀ ਮੰਗਣ ਨਹੀਂ ਜਾਣਾ। ਤੇ ਜੇ ਤੁਸੀਂ ਇੱਕੇ ਇਲਾਕੇ 'ਚ ਮੰਗਦੇ ਹੋ ਤੇ ਤੁਸੀਂ ਗਲੀ 'ਚ ਆਵਾਜ਼ ਦੇ ਕੇ ਮੰਗਣ ਨਹੀਂ ਜਾਣਾ। ਬਸ ਗਲੀ ਦੇ ਦਰਵਾਜ਼ੇ 'ਤੇ ਆ ਕੇ, ਜਿੱਥੋਂ ਗਲੀ ਸ਼ੁਰੂ ਹੁੰਦੀ ਹੈ, ਉੱਥੇ ਖਲੋ ਜਾਣਾ ਹੈ। ਜਿਹਨੇ ਭਿੱਖਿਆ ਦੇਣੀ ਆਪੇ ਆ ਕੇ ਪਾ ਦੇ। ਤੁਸੀਂ ਮੰਗਣ ਨਹੀਂ ਜਾਣਾ। ਜੇ ਤੁਹਾਨੂੰ ਪਤਾ ਹੋਏਗਾ ਫਲਾਣੇ 'ਚ ਘਰ ਤੋਂ ਬਹੁਤਾ ਮਿਲਦਾ ਹੈ, ਇੱਕੇ ਘਰ ਤੋਂ ਬਹੁਤਾ ਮਿਲ ਜਾਂਦਾ, ਉਸ ਘਰ ਤੋਂ ਚੰਗਾ ਮਿਲਦਾ, ਤੁਸੀਂ ਉੱਥੇ ਜਾਓਗੇ ਨਾ ਭਾਈ, ਤੁਸਾਂ ਨਹੀਂ ਜਾਣਾ। ਮੈਂ ਥਾਈਲੈਂਡ 'ਚ ਵੇਖਿਆ, ਜਿੱਥੇ ਭਿਕਸ਼ੂ ਬੁੱਧ ਮੰਡਲਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ, ਉਹ ਗਲੀ ਦੇ ਦਰਵਾਜ਼ੇ 'ਤੇ ਆਪਣਾ ਸਮਾਨ ਲੈ ਕੇ, ਰੇਹੜੀ ਲੈ ਕੇ ਖਲੋ ਜਾਂਦੇ ਨੇ। ਜਿੰਨੇ ਜੋ ਪਾਉਣਾ ਆ ਕੇ ਉੱਥੇ ਪਾ ਦਿਓ, ਉਹਨਾਂ ਆਵਾਜ਼ ਵੀ ਨਹੀਂ ਦੇਣੀ। ਬਸ ਨਿਯਤ ਸਮੇਂ 'ਤੇ, ਨਿਯਤ ਮਿੰਟ ਖੜੇ ਰਹਿਣਾ ਹੈ, ਅਗਲੀ ਗਲੀ ਚਲੇ ਜਾਣਾ। ਉਨੇ ਸਮੇਂ ਦੇ ਵਿੱਚ ਕੋਈ ਆ ਗਿਆ ਤੇ ਆ ਗਿਆ, ਮੁਬਾਰਕ, ਨਹੀਂ ਤੇ ਮਗਰ ਆਓ। ਮਤਾਂ ਤੁਹਾਡਾ ਮੋਹ ਨਾ ਪੈ ਜੇ, ਫੀਸ ਪਰ ਘਰੋਂ ਬਹੁਤੇ ਚੰਗੇ ਪਦਾਰਥ ਮਿਲਦੇ ਨੇ। ਇਸ ਰੁੱਖ ਦੀ ਛਾਂ ਬਹੁਤ ਚੰਗੀ ਹੈ, ਇੱਥੇ 2 ਰਾਤਾਂ ਕੱਟੀਆਂ, ਸੁੱਖ ਮਿਲਿਆ, ਚੱਲ ਆਪਾਂ ਹਫ਼ਤਾ ਕੱਟ ਲਾਂਗੇ। ਕਹਿਣ ਲੱਗੇ ਨਹੀਂ, ਤੀਜੀ ਰਾਤ ਲਈ ਰੁੱਖ ਬਦਲਦੇ, ਤੀਜੀ ਰਾਤ ਟਿਕਣਾ ਤੇ ਰੁੱਖ ਬਦਲਦੇ, ਇਹਦਾ ਮੋਹ ਪੈ ਜਾਏਗਾ। ਇੰਨਾ ਮੋਹ ਦਾ ਪ੍ਰਭਾਵ ਗਿਆਨੀਆਂ ਨੂੰ ਸਮਝ ਆਇਆ। ਗੁਰਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ, ਹੇਤ ਕੇ ਬੰਧਨ ਤੋੜ ਨ ਸਾਕੈ। ਉਹ ਭਲਿਆ ਤੂੰ ਮੋਹ ਦੇ ਬੰਧਨ ਨਹੀਂ ਤੋੜ ਸਕਿਆ ਨਾ, ਤਾਂ ਹੀ ਉਹ ਮਰਦਾ ਪਿਆ। ਤਾਂ ਜਮ ਕਰ ਖੁਵਾਰੀ ਜੀਓ, ਆ ਜਮ ਜੋ ਤੈਨੂੰ ਮਾਰਦਾ ਹੈ, ਹੇਤ ਕੇ ਬੰਧਨਾ ਕਰਕੇ ਮਾਰਦਾ ਪਿਆ। ਤੇ ਮਹਾਰਾਜ ਕਿੱਦਾਂ ਤੋੜੀਏ?
ਇਹ ਹੇਤ ਕੇ ਬੰਧਨ ਕਿਵੇਂ, ਸਾਧ ਸੰਗਤ ਛੁਟਕਾਰਾ ਕਿਵੇਂ ਹੋਏਗਾ? ਸਾਧ ਸੰਗਤ 'ਚ ਬੈਠਾਂਗੇ ਨਾ, ਸਾਨੂੰ ਇਹਨਾਂ ਬੰਧਨਾਂ ਦੇ ਬਾਰੇ ਸਮਝ ਆ ਜਾਏਗਾ। ਕਿੰਨੇ ਬੰਧਨ ਪਏ ਨੇ, ਕਿਸ ਕਿਸ ਢੰਗ ਦੇ ਬੰਧਨ ਪਏ ਨੇ, ਇਹ ਹੌਲੀ ਹੌਲੀ ਇੱਥੇ ਬੈਠਿਆਂ ਸਮਝ ਆਉਂਦੀ। ਅਤੇ ਜਿਨ੍ਹਾਂ ਨੂੰ ਸਮਝ ਆ ਗਈ ਨਾ, ਫਿਰ ਉਹ ਦੱਸਦੇ ਨੇ ਅਸੀਂ ਇੱਦਾਂ ਕੱਟੇ ਨਹੀਂ, ਤੁਸੀਂ ਵੀ ਕੱਟ ਲਓ। ਮਹਾਰਾਜ ਤੁਸਾਂ ਕਿਸ ਤਰ੍ਹਾਂ ਕੱਟੇ? ਕਹਿਣ ਲੱਗੇ ਮਨ ਮੇਰੇ ਗੱਜ, ਜਿਹਬਾ ਮੇਰੀ ਕਾਤੀ। ਵੀ ਜਿਵੇਂ ਅਸੀਂ ਕੱਪੜਾ ਸਾਨੂੰ ਕਿੰਨਾ ਚਾਹੀਦਾ ਹੈ, ਅਸੀਂ ਉਹਨਾਂ ਕਟਵਾ ਲੈਨੇ ਨਾ। ਦੁਕਾਨ 'ਤੇ ਬਹੁਤ ਕੱਪੜਾ ਹੁੰਦਾ ਹੈ, ਸਾਨੂੰ 2 ਗਜ਼ ਚਾਹੀਦਾ ਹੈ, 4 ਗਜ਼ ਚਾਹੀਦਾ ਹੈ। ਜਿਤਨਾ ਸਾਨੂੰ ਕੱਪੜਾ ਚਾਹੀਦਾ ਅਸੀਂ ਕੱਟ ਕੇ ਲੈ ਆਉਂਦੇ ਹਾਂ। ਇਸੇ ਤਰ੍ਹਾਂ ਤੁਹਾਨੂੰ ਸੰਬੰਧ ਕਿਤਨਾ ਚਾਹੀਦਾ ਹੈ। ਸੰਸਾਰ ਵਿੱਚ ਬਹੁਤ ਕੁਝ ਹੈ। ਦਾਰਸ਼ਨਿਕ ਸਿਆਣੇ ਲੋਕ ਮੰਨਦੇ ਨੇ ਕਿ ਭੈਣ ਭਰਾਵਾਂ, ਧੀਆਂ ਪੁੱਤਰਾਂ ਦੇ ਨਾਲ ਆਪਣੇ ਸੰਬੰਧਾਂ ਦੀ ਵੀ ਸੀਮਾਵਾਂ ਨਿਯਤ ਕਰ ਲਓ। ਕਿੱਥੋਂ ਤੱਕ ਤੁਸਾਂ ਉਹਨਾਂ ਦੇ ਨਾਲ ਚੱਲਣਾ ਹੈ, ਜਿਹਨੂੰ ਅੱਜ ਕੱਲ੍ਹ ਲੋਕ ਪ੍ਰਾਈਵੇਸੀ ਕਹਿਣ ਲੱਗ ਪਏ ਨੇ। ਹਰ ਬੰਦੇ ਦੀ ਇੱਕ ਪ੍ਰਾਈਵੇਸੀ ਹੈ ਨਾ। ਜਦੋਂ ਤੁਸੀਂ ਉਹਦੀ ਪ੍ਰਾਈਵੇਸੀ ਵਿੱਚ ਦਖਲ ਦਿਓਗੇ, ਉਹ ਕਲਪੇਗਾ। ਭਾਵੇਂ ਸਕਾ ਪੁੱਤਰ ਕਿਉਂ ਨਹੀਂ, ਅਤੇ ਭਾਵੇਂ ਭਰਾ ਕਿਉਂ ਨਹੀਂ, ਪਿਤਾ ਕਿਉਂ ਨਹੀਂ। ਅਗਰ ਤੁਸੀਂ ਪਿਤਾ ਦੀ, ਪੁੱਤਰ ਦੀ, ਭੈਣ ਦੀ, ਭਰਾ ਦੀ ਪ੍ਰਾਈਵੇਟ ਲਾਈਫ ਵਿੱਚ ਦਖਲ ਦਿਓਗੇ ਤਾਂ ਕਲਪੇਗਾ, ਤੁਹਾਡੇ ਸੰਬੰਧ ਟੁੱਟਣਗੇ। ਇਸ ਕਰਕੇ ਜੇ ਸੰਬੰਧਾਂ ਨੂੰ ਲੰਮੇਰਾ ਚਲਾਉਣਾ ਜੇ ਤੇ ਦੂਰੀ ਮੇਨਟੇਨ ਕਰ ਲਓ। ਪੁਰਾਣੇ ਲੋਕ ਕਹਿੰਦੇ ਸੀ ਜੋ ਪਿਤਾ ਪੁੱਤਰ ਦੀ ਜੁੱਤੀ ਇੱਕ ਸਮਾਨ ਹੋ ਜਾਏ, ਫਿਰ ਇਹਨਾਂ ਦੇ ਸੰਬੰਧਾਂ 'ਚ ਬਦਲਾਵ ਆ ਜਾਣਾ ਚਾਹੀਦਾ। ਕਿਉਂਕਿ ਹੁਣ ਜੁੱਤੀ ਇੱਕ ਮਤਲਬ ਬਰਾਬਰ ਦੇ ਹੋ ਗਏ ਨੇ। ਪੁੱਤਰ ਦੀ ਕੱਦ ਕਾਠੀ ਪਿਤਾ ਦੇ ਬਰਾਬਰ ਹੋ ਗਈ ਹੈ। ਹੁਣ ਪਿਤਾ ਨੂੰ ਚਾਹੀਦਾ ਕਿ ਆਪਣੇ ਪੁੱਤਰ 'ਤੇ ਕਦੇ ਹੱਥ ਨਾ ਉਠਾਵੇ। ਪਿਤਾ ਨੂੰ ਚਾਹੀਦਾ ਕਿ ਹੁਣ ਪੁੱਤਰ ਦੇ ਨਾਲ ਆਪਣੇ ਵਿਵਹਾਰ ਨੂੰ ਬਦਲ ਦੇਵੇ, ਕਿਉਂਕਿ ਹੁਣ ਬਰਾਬਰ ਆ ਗਿਆ ਹੈ। ਸੰਬੰਧਾਂ ਨੂੰ ਗੈਪ ਮੇਨਟੇਨ ਕਰ ਲਏ। ਜਿਸ ਜੀ ਨੇ ਆਪਣੇ ਸੰਬੰਧਾਂ ਦੇ ਗੈਪ ਨੂੰ ਮੇਨਟੇਨ ਕੀਤਾ ਹੈ, ਉਹ ਲੰਮੇਰਾ ਚੱਲਦੇ ਨੇ। ਅਤੇ ਜਿਹੜੇ ਜੀ ਬਹੁਤਾ ਗੈਪ ਮੇਨਟੇਨ ਨਹੀਂ ਕਰ ਪਾਉਂਦੇ, ਉਹ ਬਹੁਤ ਚੰਗੇ ਭਲੇ ਇਮਾਨਦਾਰ ਹੋਣ ਦੇ ਬਾਵਜੂਦ ਵੀ ਆਪਣੇ ਰਿਸ਼ਤਿਆਂ ਨੂੰ ਬਹੁਤ ਲੰਮੇਰਾ ਨਹੀਂ ਲਿਜਾ ਪਾਉਂਦੇ। ਇਸੇ ਕਰਕੇ ਲੋਕ ਕਹਿੰਦੇ ਨੇ ਇੰਨੇ ਮਿੱਠੇ ਨਾ ਹੋ ਜਾਏ ਕਿ ਕੋਈ ਨਿਗਲ ਜਾਏ, ਅਤੇ ਇੰਨੇ ਕੌੜੇ ਨਾ ਹੋ ਜਾਏ ਕਿ ਕੋਈ ਥੁੱਕ ਦੇਵੇ। ਮੇਨਟੇਨ ਮਹਾਰਾਜ ਨੇ ਬੜੇ ਸਾਹਿਤਕ ਬਚਨ ਨੇ, ਦਾਰਸ਼ਨਿਕ ਅਤੇ ਰਹੱਸਵਾਦੀ ਹੁੰਦੇ ਨੇ। ਮਨ ਮੇਰੂ ਗੱਜ, ਜਿਹਬਾ ਮੇਰੀ ਕਾਤੀ। ਮੱਪ ਕਾਟੋਂ, ਮੈਂ ਨਾਪ ਕੇ ਕੱਟ ਲਿਆ। ਪੁੱਤਰ ਨਾਲ ਕਿਤਨਾ ਸੰਬੰਧ ਰੱਖਣਾ ਹੈ, ਮੈਨੂੰ ਪਤਾ ਹੋਣਾ ਚਾਹੀਦਾ ਹੈ। ਪਤੀ ਪਤਨੀ ਦੇ ਸੰਬੰਧ ਕੈਸੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਮਾਪਿਆਂ ਨਾਲ ਉਮਰ ਦੇ ਮੁਤਾਬਕ ਕੈਸੇ ਸੰਬੰਧ ਨੇ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਭੈਣ ਭਰਾ, ਰਿਸ਼ਤੇਦਾਰਾਂ, ਕੁੜਮਾਂ ਨਾਲ ਸੰਬੰਧ ਕੈਸੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਤੋਂ ਅੱਗੇ ਕੱਟ ਦੇ, ਬਸ ਇੰਨਾ ਚਾਹੀਦਾ ਹੈ। ਮੈਨੂੰ 2 ਗਜ਼ ਚਾਹੀਦਾ ਹੈ, ਜ਼ਿਆਦਾ ਨਹੀਂ ਚਾਹੀਦਾ। ਇੰਨੇ ਕੁ ਚਾਹੀਦਾ ਹੈ, ਜ਼ਿਆਦਾ ਕੱਟ ਦੇ ਕੇ ਮੱਪ ਕਾਟੋਂ। ਅਤੇ ਕੀ ਕੱਟਿਆ? ਜੰਮ ਕੀ ਫਾਈ ਕੱਟ ਲਈ ਜੇ। ਕਿਉਂ ਇਹੀ ਸੰਬੰਧੀ ਸਮਾਂ ਪਾ ਕੇ ਜੰਮ ਬਣ ਜਾਂਦੇ ਨੇ। ਇਸ ਕਰਕੇ ਔਰ ਇਹ ਅਕਲ ਅਤੇ ਬਲ ਦੋਨੋਂ ਚੀਜ਼ਾਂ ਸੰਗਤ ਵਿੱਚੋਂ ਮਿਲਦੀਆਂ ਜੇ। ਕਿਉਂਕਿ ਜੇ ਸਮਝ ਆਉਣੀ ਤਾਂ ਕਿਤਾਬਾਂ ਪੁਸਤਕਾਂ ਪੜ੍ਹ ਕੇ ਵੀ ਆ ਜਾਂਦੀ ਹੈ, ਪਰ ਆਈ ਹੋਈ ਸਮਝ ਨੂੰ ਵਰਤਣਾ ਬਲ ਚਾਹੀਦਾ, ਉਹ ਸਤ ਸੰਗਤ 'ਚ ਮਿਲਦਾ ਹੈ। ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਸਾਧੂ ਸੰਗਤ ਵਿੱਚ ਆ ਕੇ ਜਿੱਥੇ ਸਿਮਰਨ ਦੇ ਸਦਕੇ ਆਤਮਕ ਬਲ ਮਿਲਦਾ ਹੈ, ਉੱਥੇ ਗੁਰਬਾਣੀ ਦੇ ਸਦਕੇ ਸਾਨੂੰ ਗਿਆਨ ਮਿਲਦਾ ਹੈ। ਆਪਾਂ ਜੀਵਨ ਵਿਵਹਾਰ ਕੈਸਾ ਵਰਤਣਾ ਹੈ, ਸੰਸਾਰ ਵਿੱਚ ਕੈਸਾ ਵਰਤਣਾ ਹੈ, ਕੈਸਾ ਵਰਤਣ ਵਾਲੇ ਹੋਣਾ ਚਾਹੀਦਾ ਹੈ। ਕਿਹਨਾਂ ਦੇ ਨਾਲ ਸਾਡੇ ਸੰਬੰਧ ਰਹਿਣੇ ਚਾਹੀਦੇ ਨੇ। ਔਖਾ ਹੋ ਸਕਦਾ ਹੈ, ਪਰ ਕਿਹਨਾਂ ਦੇ ਨਾਲ ਸੰਬੰਧ ਤੋੜ ਦੇਣੇ ਚਾਹੀਦੇ ਨੇ। ਮੈਂ ਨਹੀਂ ਕਹਿੰਦਾ, ਮਹਾਰਾਜ ਕਹਿੰਦੇ ਸਾਕਤ ਸੰਗ ਨ ਛੁੱਟ ਸੀ ਰੇ। ਉਹ ਭਾਈ ਜੇ ਤੇਰੇ ਸੰਬੰਧੀਆਂ 'ਚੋਂ ਕੋਈ ਸਾਕਤ ਹੈ ਤੇ ਆਪਣੇ ਆਪ ਨੂੰ ਦੂਰ ਕਰ ਲੈ, ਕਿਉਂਕਿ ਦੂਰ ਹੈ ਜਾਈਏ ਭਾਗ। ਕਬੀਰ ਸਾਕਤ ਸੰਗ ਨ ਕੀਜੀਏ, ਦੂਰ ਹੈ ਜਾਈਏ ਭਾਗ। ਕਿੱਦਾਂ? ਬਾਸਨ ਕਾਰੋ ਪਰਸੀਐ, ਤੋ ਕੁਛ ਲਾਗੈ ਦਾਗ। ਉਹ ਜੇ ਭਾਈ ਤੂੰ ਇਹਨਾਂ ਮਾੜੇ ਬੰਦਿਆਂ ਦੀ ਸੰਗਤ ਵਿੱਚ ਬੈਠੇਗਾ ਤੇ ਕੋਈ ਨਾ ਕੋਈ ਦਾਗ ਤੇਰੇ 'ਤੇ ਲੱਗ ਜਾਏਗਾ, ਅਤੇ ਜੇ ਬਚਣਾ ਹੈ ਤਾਂ ਭੱਜ ਜਾ। ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਹੁਕਮ ਹੈ, ਰਹੱਸਵਾਦੀ ਹੈ। ਇੱਕ ਪਾਸੇ ਤੋਂ ਮਸੰਦ ਆਉਂਦਾ ਹੋਵੇ, ਮਸੰਦ ਮਤਲਬ ਉਸ ਵਕਤ ਹੋ ਗਿਆ ਸੀ ਵਿਕਾਰੀ, ਛਲ ਕਪਟ ਨਾ ਭਰਿਆ। ਦੁਨੀਆ ਭਰ ਦੇ ਜਿਤਨੇ ਵਿਵਹਾਰਕ, ਪਰਿਵਾਰਕ ਅਤੇ ਧਾਰਮਿਕ ਇਲਜ਼ਾਮ ਹੋ ਸਕਦੇ ਨੇ, ਉਹ ਮਸੰਦ 'ਤੇ ਨੇ। ਇੱਕ ਪਾਸੇ ਮਸੰਦ ਆ ਰਿਹਾ, ਸਾਕਤ ਹੈ, ਦੂਜੇ ਪਾਸੇ ਖੂਨੀ ਹਾਥੀ ਆ ਰਿਹਾ, ਅਤੇ ਤੂੰ ਕੀ ਕਰੇਂਗਾ? 2 ਹੀ ਰਸਤਿਆਂ ਦੇ ਮੋੜ ਨੇ। ਮਹਾਰਾਜ ਕਹਿੰਦੇ ਕਿ ਫਿਰ ਸਿੱਖ ਖੂਨੀ ਹਾਥੀ ਦੇ ਮੱਥੇ ਲਾ ਕੇ ਮਰ ਜਾ।
मर जाना प्रवान कर लै, क्योंकि वो तो घड़ी च मार देगा, तो जे साकत ना जुड़ गया तो तिल तिल करके मारेगा तेन। इस करके तिल तिल करके मरण तो बचन की बजाए तू खूनी हाथी के मत्थे लग इत्थे ते बचन की फिर भी गुंजाइश है। दा भाव रहस्यवादी है कि भाई किन्नी वड्डी भी औखी घड़ी आ जाए फिर भी माड़े बंदियां दा साथ ना करिया जे, किन्नी ओडी वड्डी मुश्किलातां दा परिस्थितियां कठिन होवन फिर भी विकारी बंदियां दा संग साथ मत करिया जे, अपने आप नूं सेफ रखियो, बचा के रखियो। महाराज कहने लगे फिर कितना बल मिलेगा, कहने लगे ये बल मिलता जे साध संगत विचों, ज्ञान मिलता जे साध संगत विचों। क्योंकि साध संगत विच कौन होंदा है, जो साध शरण है ना, इत्थे किहदी कला वरती, कहने लगे बिन गुर पूरे जन्म मरण ना रहई। क्योंकि साधु संगत वरतदी गुरु की कला। असीं पढ़ते ना गुरसिखां अंदर सतगुरु वरत है, साध संग जै सतगुरु तैं सत संगत बनाई। जिथे सतगुरु है उत्थे सत संगत है। इत्थों मिलता की है, बल ज्ञान बुद्ध। आप पढ़ते ना तिथे घड़िए सुरत मत मन बुद्ध, तिथे घड़िए सुरास्तां की सुध। गुरु तो बिना जन्म मरण तो छुटकारा नहीं हो सकता। क्योंकि गुरु तुम समझाते हैं, रही का मतलब है रह जाते ने, मिट जाते ने। गुरु तो बिना जन्म ते मरण तो बचाव नहीं होंदा। जिहड़े नहीं बच सकते, नहीं गुरु की संगत करते, नहीं साध संगत करते, फिर की आ, फिर ये आवत बारो बारा मुड़ मुड़ जन्मते ने, जो जन्म जन्म मरते ने। जम जम मरै मरै फिर जमै, बहुत सजाए पाया देश लम्मै। महाराज की करिए, कहने फिर समझ। अज आला दुआला ना साडा, जिन्हों आप देख रहे हैं, जिन्हों महाराज ने सगल समग्री मोह व्यापी किया है। ये मोह व्यापी किस रूप च है, कहने लगे ओ हो जो भरम भुलावा कहियत, तिन मह उर जो सकल संसारा। आ जो संसार है ना, संसार की भरम भुलावा, इसे करके संसार विच वरत रही है माया। ते माया दे वरती महाराज का बचन प्यारे दे पढ़े, माई माया छल। ये माया छल कर दी है, दिसता कुछ होर जे ते हुंदा कुछ होर जे। छल का मतलब ही हो ना कि छल करने वाले बंदे गल्ली बातें बड़े मिठे बन के बहिंदे ने, पर मौका लगन ते धोखा दे जाते हैं। इसे तरह संसार ते बहुत सारे संबंध, बहुत सारे पदार्थ वेखण नूं चंगे लगते ने, बहुत चंगे लगते ने, पर चंगे नहीं होंदे। और इसे नूं छल कहंदे ने। आ सतगुर कहने लगे ओह जो भरम भुलावा कहियत। अज संसार का दृश्यमान संसार है, पदार्थ है। दार्शनिक लोग कहते होंदे सी ना कि आ कई बार वेखिया होना है, आ सिंबल के रुख इत्थे ते घट ने, सिंबल के रुख के जो फल ने बड़े लाल सूहे लगे होंदे ने। तोते विचारे ने आके लाल सुरख फुल देख के चुंझ मार लई, पर उत्थे तो कोई है ही नहीं, फल फिक्के फुल बक बके, ਉਹਦੇ ਤੇ ਫੜਨ 'ਚ ਕੋਈ ਸਵਾਦ ਹੀ ਨਹੀਂ ਸੀ, ਰਾਸੀ ਕੋਈ ਨਹੀਂ ਸੀ। ਵਿਚਾਰਾ ਪਛਤਾਇਆ ਵੀ ਕਿ ਇੰਨੀ ਦੂਰ ਹੀ ਉੱਡ ਕੇ ਆਇਆ, ਪਰ ਮਿਲਿਆ ਤੇ ਕੁਛ ਨਾ, ਕਿਉਂਕਿ ਉਹਦੇ ਰੰਗ ਨੇ, ਉਹਦੇ ਰੂਪ ਨੇ ਆਕਰਸ਼ਿਤ ਤੇ ਕਰ ਲਿਆ ਸੀ, ਪਰ ਮਿਲਿਆ ਕੁਛ ਨਾ। ਇਸੇ ਤਰ੍ਹਾਂ ਸੰਸਾਰ ਦਿਸਦਾ ਬਹੁਤ ਹੈ ਚੰਗਾ, ਪਰ ਹੁੰਦਾ ਚੰਗਾ ਨਹੀਂ ਜੇ। ਇਸੇ ਨੂੰ ਤੇ ਭਰਮ ਕਹਿੰਦੇ, ਜੈਸਾ ਮਾਨੀਐ ਹੋਏ ਨਾ ਤੈਸਾ। ਇਹੀ ਤੇ ਭਰਮ ਦੀ ਵਿਆਖਿਆ ਨਾ, ਇਹੀ ਤੇ ਭਰਮ ਦਾ ਭੁਲਾਵਾ ਹੈ ਨਾ, ਇਹੀ ਤੇ ਛਲ ਹੈ ਨਾ, जो सानू बोलदा चंगा है पर हुंदा चंगा नहीं। बहुत सारे लोग असीं देखांगे अपने जीवन में जिन्हां दे लिबास बड़े चंगे ने, जिन्हां दे बाहरों बोल बाणीआं बड़े चंगे ने, पर जदों जरा क विहार करिए तो पता लगदा इन्हां वर्गा कपटी बंदा ही कोई नहीं, इन्हां वर्गा धोखेबाज बंदा ही कोई नहीं, इन्हां वर्गा कुरख्त बंदा ही कोई नहीं। तो फिर ये छलावा है ना, बाहरों कुछ होर लगता है, अंदरों कुछ होर लगता है। वड्डा हंस जिक्र भी है ना, हंस दे रूप बना के बगला बह सकता है, पर बगला छलावा है, ये हंस नहीं है। अज संसार है ना, महाराज कहने लगे भरम का भुलेखा है, बच के रही। ਇਹਦੇ ਵਿੱਚ संसार उलझ के रह जाता बेचारा। जिन्होंने माया थंक बड़ा प्यारा शब्द भी दिता है कि संसार दे विच माया ने सानू मोहित करके फसाण वास्ते कुछ चोगा खिलारिया होंदा है, ते अनभोल पक्षी उस चोगे दे लालच आके बह जाते ने, ते एक दाना चुगिया कि नहीं चुगिया पर जाल विच जरूर फस जाते हैं।
ਇੰਜ ਹੀ ਸੰਸਾਰ ਦੇ ਲਾਲਚ ਕਰਕੇ ਚੋਗਾ ਮਿਲਦਾ ਕਿ ਨਹੀਂ ਮਿਲਦਾ, ਬਹੁਤ ਸਾਰੇ ਜੀ ਮਾਇਆ ਦੇ ਭਰਮ ਜਾਲ 'ਚ ਫਸ ਜਾਂਦੇ ਨੇ ਤੇ ਸਾਰੀ ਉਮਰਾਂ ਨਹੀਂ, ਕਈ ਜਨਮ ਫਿਰ ਭਟਕਦੇ ਤੇ ਕਲਪਦੇ ਰਹਿੰਦੇ ਨੇ। ਮਹਾਰਾਜ ਕਹਿਣ ਲੱਗੇ ਉਰਜਿਓ ਸਗਲ ਸੰਸਾਰਾ। ਮਹਾਰਾਜ ਫਿਰ ਕੋਈ ਹੈ ਜੋ ਬੱਚੇ ਕਹਿਣ ਲੱਗੇ ਹਾਂ, ਪੂਰਨ ਭਗਤ, ਕੋਈ ਪੂਰਨ ਭਗਤ ਸ੍ਰਿਸ਼ਟ ਮਨੁੱਖ ਕਹਿਣ ਪੁਰਖ ਸੁਆਮੀ ਕਾ। ਪੁਰਖ ਸੁਆਮੀ ਅਕਾਲ ਪੁਰਖ ਵਾਹਿਗੁਰੂ ਜੀ ਕਾ ਕੋਈ ਸੇਵਕ ਹੋਵੇ, ਉਹੀ ਇਸ ਮਾਇਆ ਦੇ ਛਲਾਵਿਆਂ ਤੋਂ ਬਚਦਾ ਜੇ। ਇਸ ਕਰਕੇ ਕਹਿਣ ਲੱਗੇ ਪੂਰਨ ਭਗਤ ਪੁਰਖ ਸੁਆਮੀ ਕਾ, ਸਰਬ ਥੋਕ ਤੇ ਨਿਆਰਾ। ਕੇਵਲ ਬਚਦਾ ਉਹ ਜੇ ਜੋ ਆਪਣੇ ਆਪ ਨੂੰ ਇਸ ਤੋਂ ਨਿਆਰਾ ਰੱਖਦਾ ਜੇ, ਆਪਣੇ ਆਪ ਨੂੰ ਉੱਚਾ ਰੱਖਦਾ ਜੇ, ਆਪਣੇ ਆਪ ਨੂੰ ਇਸ ਤੋਂ ਬਚਾ ਕੇ ਰੱਖਦਾ ਜੇ। ਔਰ ਇਸੇ ਬਚਾਓ ਦਾ ਬਲ ਅਤੇ ਬਚਾਓ ਦੀ ਸਮਝ ਗੁਰੂ ਦੇ ਸਦਕੇ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਕਹਿੰਦੇ ਨੇ ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਗੁਰ ਕਿਰਪਾ ਕਰਨ ਅਸੀਂ ਸਾਧ ਸੰਗਤ ਪ੍ਰਾਪਤ ਕਰਦੇ ਰਹੀਏ ਤੇ ਸਾਧ ਸੰਗਤ ਦੇ ਵਿੱਚੋਂ ਸਾਨੂੰ ਸਮਝ ਵੀ ਪ੍ਰਾਪਤ ਹੁੰਦੀ ਰਹੇ ਤੇ ਜੋ ਸਮਝ ਆ ਰਿਹਾ ਹੈ ਉਸ ਨੂੰ ਵਰਤਣ ਦਾ ਬਲ ਵੀ ਪ੍ਰਾਪਤ ਹੋ ਸਕੇ। ਨਹੀਂ ਤੇ ਬਹੁਤ ਵਾਰ ਕੁਝ ਗੱਲਾਂ ਸਮਝ ਆ ਜਾਂਦੀਆਂ ਨੇ ਪਰ ਸਾਡੇ ਕੋਲ ਬਲ ਨਹੀਂ ਹੁੰਦਾ ਕਿ ਅਸੀਂ ਉਹਨੂੰ ਸਮਝੀਆਂ ਹੋਈਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਰਤ ਸਕੀਏ। ਗੁਰਦੇਵ ਕਿਰਪਾ ਕਰਨ। ਇਸੇ ਕਰਕੇ ਅਰਦਾਸ ਹੈ ਸਾਨੂੰ ਚਰਣੀ ਲਾ ਲਓ ਤੇ ਮਹਾਰਾਜ ਕਹਿੰਦੇ ਸੰਗਤ ਵਿੱਚ ਆਉਂਦੇ ਉਹਨੂੰ ਗੁਰਪੂਰੇ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ। ਕਰ ਕਿਰਪਾ ਪ੍ਰਮੇਲੇ। ਤੇ ਕੀ ਕਰੀਏ, ਹਰ ਗੁਣ ਗਾਵੋ ਸਦਾ ਸੁਭਾਈ। ਪਿਆਰਿਓ ਸੰਗਤ ਵਿੱਚ ਆਇਓ, ਮਾਇਆ ਦੇ ਭਰਮ ਭੁਲੇਖਿਆਂ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਹਰ ਗੁਣ ਗਾਵੋ ਸਦਾ ਸੁਭਾਈ। ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰ ਸਕੀਏ, ਜਪ ਸਕੀਏ ਤੇ ਭਰਮ ਭੁਲੇਖਿਆਂ ਛਲਾਵਿਆਂ ਤੋਂ ਬਚ ਸਕੀ। ਤੈਨੂੰ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।